ਵਾਹਿਗੁਰੂ ਸਾਹਿਬ ਜੀਓ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਨਾ, ਹਉਮੈ ਵਿੱਚੋਂ ਜਾਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਦੀ ਅਪਾਰ ਮਿਹਰਮਤ ਦੇ ਸਦਕਾ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਗੁਰੂ ਨਾਨਕ ਦੇ ਘਰ ਦੇ ਅੰਦਰ ਸੇਵਾ ਦੀ ਬਹੁਤ ਵੱਡੀ ਮਹਾਨਤਾ ਹੈ। ਸੋ ਜਿੰਨੀ ਕੁ ਗੁਰੂ ਨੇ ਮੱਤ ਸਮੱਤ ਬਖਸ਼ੀ ਹੈ, ਤਾਂ ਸੇਵਾ ਦੇ ਫਲਸਫੇ ਨੂੰ ਆਪਾਂ ਸਮਝਣ ਦਾ ਯਤਨ ਕਰੀਏ। ਗੁਰੂ ਨਾਨਕ ਦੇ ਘਰ ਦੇ ਅੰਦਰ ਸੇਵਾ ਤੇ ਸੇਵਨ ਨੂੰ ਬਹੁਤ ਵੱਡੀ ਮਹਾਨਤਾ ਹੈ। ਮਹਾਰਾਜ ਜੀ ਬਚਨ ਕਰਦੇ ਨੇ, ਬਿਨ ਸੇਵਾ ਕਿੰਗ ਨਾ ਲੱਭਿਅਤ। ਸੇਵਾ ਤੋਂ ਬਿਨਾਂ ਕੁਝ ਪ੍ਰਾਪਤ ਨਹੀਂ ਹੁੰਦਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਬਚਨ ਬਹੁਤ ਸੁਖਾਲੇ ਨੇ। ਸਤਿਗੁਰੂ ਪਾਤਸ਼ਾਹ ਕੀ ਬਚਨ ਕਰਦੇ, ਮਹਾਰਾਜ ਜੀ ਕਹਿੰਦੇ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਨਾ, ਹਉਮੈ ਵਿੱਚੋਂ ਜਾਏ। ਜਿਹੜਾ ਵਿਅਕਤੀ ਮਨ ਇਕਾਗਰ ਕਰਕੇ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਦਾ ਹੈ ਨਾ, ਤੇ ਸੇਵਾ ਕਰਨ ਕਰਕੇ ਮਹਾਰਾਜ ਜੀ ਕਹਿੰਦੇ ਮਨ ਦੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ ਸੰਸਾਰਕ ਜੀਵ ਦੀਆਂ। ਜੇਕਰ ਸੇਵਾ ਦੀ ਗੱਲ ਕਰੀਏ ਤੇ ਵਿਦਵਾਨਾਂ ਨੇ ਦੋ ਪ੍ਰਕਾਰ ਦੀ ਸੇਵਾ ਮੰਨੀ ਹੈ। ਇੱਕ ਹੈ ਸਕਾਮ ਸੇਵਾ ਤੇ ਦੂਜੀ ਨਿਸ਼ਕਾਮ ਸੇਵਾ। ਸਕਾਮ ਸੇਵਾ ਦਾ ਅਰਥ ਹੈ ਜਿਹੜੀ ਸਹਿਤ ਕਾਮਨਾ ਦੇ ਕੀਤੀ ਜਾਵੇ, ਸਹਿਤ ਇੱਛਾ ਦੇ ਕੀਤੀ ਜਾਵੇ। ਜਿਸ ਤਰੀਕੇ ਦੇ ਨਾਲ ਕੋਈ ਵਿਅਕਤੀ ਗੁਰੂ ਘਰ ਜਾਂਦਾ ਹੈ, ਝਾੜੂ ਦੀ ਸੇਵਾ ਕਰਦਾ ਹੈ, ਭਾਂਡਿਆਂ ਦੀ ਸੇਵਾ ਕਰਦਾ ਹੈ, ਤੇ ਗੁਰੂ ਅੱਗੇ ਇੱਛਾ ਰੱਖਦਾ ਹੈ ਕਿ ਇਹ ਗੁਰੂ ਕਿਰਪਾ ਕਰ ਮੇਰੀ ਇੱਛਾ ਨੂੰ ਪੂਰੀ ਕਰ ਦੇ। ਭਾਵ ਕਿ ਉਹ ਹੈ ਸਕਾਮ ਸੇਵਾ। ਦੂਜੀ ਹੈ ਨਿਸ਼ਕਾਮ ਸੇਵਾ, ਜਿਹਦੇ ਵਿੱਚ ਕੋਈ ਇੱਛਾ ਨਹੀਂ, ਕੋਈ ਸਵਾਰਥ ਨਹੀਂ। ਭਾਵ ਕਿ ਕੇਵਲ ਪ੍ਰੇਮ ਕਰਕੇ ਜੀਵ ਗੁਰੂ ਦੀ ਸੇਵਾ ਕਰਦਾ ਰਹਿੰਦਾ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਚਨ ਕਰਦੇ ਨੇ, ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਹਿ ਬੈਸਣ ਪਾਈਐ। ਕਹੋ ਨਾਨਕ ਬਾਹਾਂ ਲੁਡਾਈਐ। ਮਹਾਰਾਜ ਜੀ ਕਹਿੰਦੇ ਜਿਹੜਾ ਗੁਰੂ ਨਾਨਕ ਦੇ ਘਰ ਦੇ ਅੰਦਰ ਸੇਵਾ ਕਰਦਾ ਹੈ, ਤੇ ਮਹਾਰਾਜ ਜੀ ਕਹਿੰਦੇ ਦਰਗਾਹ ਦੇ ਵਿੱਚ ਉਹਨਾਂ ਨੂੰ ਥਾਂ ਮਿਲਦੀ ਹੈ। ਭਾਵ ਕਿ ਸੇਵਾ ਤੋਂ ਬਿਨਾ ਜੀਵ ਸੰਸਾਰ ਦੇ ਵਿੱਚ ਗੁਰੂ ਨਾਨਕ ਦੇ ਘਰ ਦੇ ਅੰਦਰ ਸਖਣਾ ਮੰਨਿਆ ਜਾਂਦਾ ਹੈ। ਜੇਕਰ ਦੇਖਿਆ ਜਾਵੇ, ਜੇਕਰ ਸੰਸਾਰ ਦੇ ਜੀਵ ਕੋਲ ਸਿਮਰਨ ਹੈ, ਸੇਵਾ ਨਹੀਂ, ਤਾਂ ਵਿਅਕਤੀ ਨੂੰ ਸਿਮਰਨ ਦਾ ਹੰਕਾਰ ਹੋ ਜਾਂਦਾ ਹੈ। ਪਰ ਜੇਕਰ ਸੇਵਾ ਤੇ ਸਿਮਰਨ ਦੋਨੇ ਪਹਿਲੂ ਗੁਰੂ ਨਾਨਕ ਦੇ ਘਰ ਦੇ ਅੰਦਰ ਬਰਾਬਰ ਚੱਲਦੇ ਨੇ, ਤੇ ਉਸ ਵਿਅਕਤੀ ਨੂੰ ਸੰਸਾਰ ਤੇ ਰਹਿੰਦਿਆਂ ਗੁਰੂ ਨਾਨਕ ਦੇ ਘਰ ਦੇ ਅੰਦਰ ਰਹਿੰਦਿਆਂ ਜੋ ਬਖਸ਼ਿਸ਼ਾਂ ਮਿਲਦੀਆਂ ਨੇ, ਉਹ ਕਹਿਣ ਤੋਂ ਕਥਨ ਤੋਂ ਪਰੇ ਨੇ। ਇਤਿਹਾਸ ਦੇ ਪੱਖ ਨੂੰ ਵੇਖੀਏ, ਧੰਨ ਗੁਰੂ ਅੰਗਦ ਦੇ ਮਹਾਰਾਜ ਦੀਆਂ ਨੇ, ਜਿਨ੍ਹਾਂ ਦਾ ਪਹਿਲਾ ਨਾਮ ਭਾਈ ਲਹਿਣਾ ਜੀ ਹੈ। ਬਾਬਾ ਲਹਿਣਾ ਜੀ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਦੀਆਂ ਦੀ ਸੇਵਾ ਕੀਤੀ, ਤੇ ਸੇਵਾ ਦੇ ਕਰਕੇ ਜੋ ਬਖਸ਼ਿਸ਼ਾਂ ਮਿਲੀਆਂ, ਮਹਾਰਾਜ ਦੀਆਂ ਨੇ ਆਪਣੀ ਗੁਰਗੱਦੀ ਆਪਣੇ ਪੁੱਤਰਾਂ ਦੀ ਬਜਾਏ ਧੰਨ ਗੁਰੂ ਅੰਗਦ ਦੇ ਮਹਾਰਾਜ ਦੀਆਂ ਨੂੰ ਦੇਣੀ ਕੀਤੀ। ਇੱਥੇ ਹੀ ਬਸ ਨਹੀਂ, ਧੰਨ ਗੁਰੂ ਅੰਗਦ ਦੇ ਮਹਾਰਾਜ ਦੀਆਂ ਦੀ ਸੇਵਾ ਬਾਬਾ ਅਮਰਦਾਸ ਜੀ ਨੇ ਕੀਤੀ। ਜੇਕਰ ਦੇਖਿਆ ਜਾਵੇ, ਸੇਵਾ ਦੀ ਕੋਈ ਉਮਰ ਨਹੀਂ ਹੁੰਦੀ। ਬਜ਼ੁਰਗ ਅਵਸਥਾ ਦੇ ਵਿੱਚ ਬਾਬਾ ਅਮਰਦਾਸ ਨੇ ਗੁਰੂ ਅੰਗਦ ਦੇ ਮਹਾਰਾਜ ਦੀਆਂ ਦੀ
ਗਾਗਰ ਢੋਣ ਦੀ ਸੇਵਾ ਕੀਤੀ। ਮਹਾਰਾਜ ਦੀਆਂ ਨੂੰ ਜਲ ਲਿਆ ਕਰਕੇ ਇਸ਼ਨਾਨ ਕਰਾਉਣਾ। ਤੇ ਸਤਿਗੁਰ ਪਾਤਸ਼ਾਹ ਮਹਾਰਾਜ ਦੀਆਂ ਨੇ 12 ਬਖਸ਼ਿਸ਼ਾਂ ਕੀਤੀਆਂ ਧੰਨ ਗੁਰੂ ਅਮਰਦਾਸ ਮਹਾਰਾਜ ਦੀਆਂ ਨੂੰ। ਆਪਣੀ ਜਿੱਥੇ ਗੁਰਗੱਦੀ ਦਿੱਤੀ ਉੱਥੇ 12 ਬਖਸ਼ਿਸ਼ਾਂ ਕੀਤੀਆਂ ਕਿ ਮਹਾਰਾਜ ਦੀ ਆਪ ਨਿਤਾਰਿਆਂ ਦੇ ਤਾਨ ਹੋ, ਨਿਮਾਣਿਆਂ ਦੇ ਮਾਨ ਹੋ, ਨਿਉਟਿਆਂ ਦੀ ਉੱਟ ਹੋ, ਨਿਆਸਰਿਆਂ ਦੇ ਆਸਰੋ, ਨਿਗੱਤਿਆਂ ਦੀ ਗੱਤ ਹੋ, ਨਿਪੱਤਿਆਂ ਦੀ ਪੱਤ ਹੋ ਆਦਿਕ ਮਹਾਰਾਜ ਦੀਆਂ ਨੇ ਬਖਸ਼ਿਸ਼ਾਂ ਬਾਬਾ ਅਮਰਦਾਸ ਜੀ ਉੱਪਰ ਸੇਵਾ ਕਰਕੇ ਕੀਤੀਆਂ। ਸੰਸਾਰ ਦੇ ਲੋਕ ਬਾਬਾ ਜੇਠਾ ਨੂੰ ਯਤੀਮ ਆਖਦੇ ਨੇ। ਜਿਸ ਦਿਨ ਬਾਬਾ ਜੇਠਾ ਜੀ ਦੇ ਮਾਤਾ ਪਿਤਾ ਚੜ੍ਹਾਈ ਕਰ ਗਏ, ਸੰਸਾਰ ਦੇ ਲੋਕ ਕਹਿੰਦੇ ਨੇ ਕਿ ਬਾਬਾ ਜੇਠਾ ਦਾ ਪਰਛਾਵਾਂ, ਕਿ ਬਾਬਾ ਜੇਠਾ ਜੀ ਯਤੀਮ ਹੋ ਗਏ, ਉਹਨਾਂ ਦਾ ਪਰਛਾਵਾਂ ਸਾਡੇ ਬੱਚਿਆਂ ਦੇ ਉੱਪਰ ਨਾ ਪਵੇ। ਜਿਸ ਦਿਨ ਨਗਰ ਨੂੰ ਛੱਡ ਕਰਕੇ ਜਾਂਦੇ ਨੇ, ਨਾਨੀ ਲੈ ਕਰਕੇ ਜਾਂਦੀ ਹੈ ਨਾ, ਤੇ ਪਿੰਡ ਦੇ ਲੋਕ ਬੂਹੇ ਬੰਦ ਕਰ ਲੈਂਦੇ ਨੇ। ਪਰ ਐਸੀ ਸੇਵਾ ਕੀਤੀ ਧੰਨ ਗੁਰੂ ਅਮਰਦਾਸ ਮਹਾਰਾਜ ਦੀਆਂ ਦੀ ਬਾਬਾ ਜੇਠਾ ਜੀ ਨੇ, ਜਿਹੜੇ ਸੰਸਾਰ ਦੇ ਲੋਕ ਯਤੀਮ ਕਹਿੰਦੇ ਸਨ, ਅੱਜ ਉਸ ਦਰ ਦੇ ਉੱਪਰ ਲੱਖਾਂ ਸੰਗਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਦੀਆਂ ਦੇ ਦਰਸ਼ਨ ਕਰਨ ਦੇ ਵਾਸਤੇ ਘੰਟਿਆਂ ਬੱਧਾ ਸਮਾਂ, ਬੜਾ ਲੰਬਾ ਸਮਾਂ ਲਾਈਨਾਂ ਦੇ ਵਿੱਚ ਲੱਗ ਕਰਕੇ ਗੁਰੂ ਰਾਮਦਾਸ ਮਹਾਰਾਜ ਦੀਆਂ ਦੇ ਦਰਸ਼ਨ ਦਾ ਇੰਤਜ਼ਾਰ ਕਰਦੀਆਂ ਨੇ, ਕਦੋਂ ਗੁਰੂ ਰਾਮਦਾਸ ਮਹਾਰਾਜ ਦੀਆਂ ਦੇ ਦਰਸ਼ਨ ਹੋਣ। ਇਸੇ ਤਰੀਕੇ ਦੇ ਨਾਲ ਭਾਈ ਕਨਈਆ ਜੀ ਨੇ ਸੇਵਾ ਕੀਤੀ। ਬੜੇ ਗੁਰੂ ਨਾਨਕ ਦੇ ਘਰ ਦੇ ਸਿੱਖ ਹੋਏ, ਗੁਰੂ ਸਾਹਿਬਾਨ ਹੋਏ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸਾਖਸ਼ਾਤ ਰੱਬ ਮੰਨ ਕੇ ਸੇਵਾ ਕੀਤੀ, ਮਹਾਤਮਾ ਜਾਨ ਹੋਏ। ਪਰ ਇੱਕ ਇਤਿਹਾਸ ਦੀ ਛੋਟੀ ਜਿਹੀ ਘਟਨਾ ਹੈ। ਭਾਈ ਸੋਮਾ ਗੁਰੂ ਰਾਮਦਾਸ ਮਹਾਰਾਜ ਦੀਆਂ ਦਾ ਸਿੱਖ ਹੋਇਆ ਤੇ ਗੁਰੂ ਰਾਮਦਾਸ ਮਹਾਰਾਜ ਦੀ ਸਰੋਵਰ ਦੀ ਕਾਰ ਸੇਵਾ ਕਰਾ ਰਹੇ ਨੇ। ਪਿਤਾ ਦੀ ਚੜ੍ਹਾਈ ਕਰ ਗਏ ਭਾਈ ਸੋਮੇ ਦੇ। ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਹੈ ਤੇ ਮਾਤਾ ਨੇ ਘੁੰਗਣੀਆਂ ਬਾਲ ਕਰਕੇ ਦਿੱਤੀਆਂ ਕਿ ਭਾਈ ਸੋਮਾ, ਐ ਪੁੱਤਰ ਜਾ ਕਰਕੇ ਗੁਰੂ ਰਾਮਦਾਸ ਦੇ ਦਰ ਤੇ ਜਾ ਕਰਕੇ ਘੁੰਗਣੀਆਂ ਵੇਚਿਆ ਕਰ। ਪਹਿਲੇ ਦਿਨ ਭਾਈ ਸੋਮਾ ਦੀ ਜਾਂਦੇ ਨੇ ਘੁੰਗਣੀਆਂ ਵੇਚਣ ਦੇ ਵਾਸਤੇ, ਇੱਕ ਜਗ੍ਹਾ ਦੇ ਉੱਪਰ ਬੈਠ ਜਾਂਦੇ ਨੇ। ਕਹਿੰਦੇ ਉਸ ਦਿਨ 1.25 ਰੁਪਏ ਦੀ ਵਟਤ ਹੋਈ ਤੇ ਉਧਰ ਸ਼ਾਮ ਦੇ ਸਮੇਂ ਗੁਰੂ ਰਾਮਦਾਸ ਮਹਾਰਾਜ ਜੀ ਆਏ ਤੇ ਮਹਾਰਾਜ ਜੀ ਕਹਿੰਦੇ, ਇਹ ਗੁਰਮੁਖਾ ਕਿੰਨੀ ਵਟਤ ਹੋਈ? ਤੇ ਭਾਈ ਸੋਮਾ ਜੀ ਕਹਿਣ ਲੱਗੇ, ਮਹਾਰਾਜ ਜੀ 1.25 ਰੁਪਇਆ ਵਟਤ ਹੋਈ ਘੁੰਗਣੀਆਂ ਨੂੰ ਵੇਚ ਕਰਕੇ। ਤੇ ਸਤਿਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਕਿ ਭਾਈ ਸੋਮਾ ਜੀ, ਜਿਹੜੀ ਵਟਤ ਹੋਈ ਇਹ ਸਾਨੂੰ ਦੇ ਦਿਓ। ਸਤਿਗੁਰਾਂ ਦੇ ਪਾਵਨ ਪਵਿੱਤਰ ਸਥਾਨ ਦੀ ਸੇਵਾ ਚੱਲ ਰਹੀ ਹੈ। ਭਾਈ ਸੋਮਾ ਨੇ 1.25 ਰੁਪਇਆ ਸਤਿਗੁਰਾਂ ਨੂੰ ਭੇਟ ਕਰ ਦਿੱਤਾ। ਘਰ ਜਾਂਦੇ ਨੇ, ਮਨ ਦੇ ਵਿੱਚ ਸ਼ੰਕਾ ਹੈ ਭਾਈ ਸੋਮੇ ਦੇ ਕਿ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਹੈ। ਮੈਂ ਤਾਂ ਦੁਕਾਨ ਘੁੰਗਣੀਆਂ ਦੀ ਇਸ ਕਰਕੇ ਲਾਈ ਸੀ ਕਿ ਮੈਨੂੰ ਮਾਇਆ ਦੀ ਪ੍ਰਾਪਤੀ ਹੋਵੇਗੀ, ਪਰ ਨਹੀਂ, ਜੋ ਵਟਤ ਹੋਈ ਸੀ ਉਹ ਮੈਂ ਗੁਰੂ ਰਾਮਦਾਸ ਨੂੰ ਦੇ ਆਇਆ। ਸਾਡੇ ਘਰ ਕੀ ਬਹੁਤ ਜ਼ਿਆਦਾ ਗਰੀਬੀ ਹੈ, ਕਿਸ ਤਰੀਕੇ ਦੇ ਨਾਲ ਗੁਜ਼ਾਰਾ ਹੋਵੇਗਾ। ਤਾਂ ਇਸੇ ਤਰੀਕੇ ਦੇ ਨਾਲ ਅਗਲੇ ਦਿਨ ਮਾਤਾ ਕਹਿਣ ਲੱਗੀ ਕਿ ਗੁਰੂ ਰਾਮਦਾਸ ਸਮਰੱਥ ਨੇ, ਪੁੱਤਰ ਮਨ ਦੇ ਵਿੱਚ ਕੋਈ ਸ਼ੰਕਾ ਨਾ ਕਰ, ਤੂੰ ਜਾ ਕਰਕੇ ਘੁੰਗਣੀਆਂ ਵੇਚ। ਦੂਜੇ ਦਿਨ ਗਏ, ਜਾ ਕਰਕੇ ਘੁੰਗਣੀਆਂ ਦੀ ਦੁਕਾਨ ਲਾਈ। ਫਿਰ ਉਸੇ ਤਰੀਕੇ ਦੇ ਨਾਲ ਕਹਿੰਦੇ 70 ਕੁ ਪੈਸਿਆਂ ਦੀ ਵਟਤ ਹੋਈ। ਗੁਰੂ ਰਾਮਦਾਸ ਮਹਾਰਾਜ ਜੀ ਪਾਸ ਆਏ ਤੇ ਮਹਾਰਾਜ ਜੀ ਕਹਿਣ ਲੱਗੇ, ਭਾਈ ਸੋਮਾ ਜੀ, ਜਿੰਨੀ ਮਾਇਆ ਅੱਜ ਪ੍ਰਾਪਤ ਹੋਈ ਹੈ ਸਾਨੂੰ ਦੇ ਦਿਓ। ਗੁਰੂ ਨਾਨਕ ਦੇ ਘਰ ਦੀ ਸੇਵਾ ਚੱਲਦੀ ਹੈ। 70 ਪੈਸੇ ਗੁਰੂ ਰਾਮਦਾਸ ਜੀ ਨੂੰ ਅਰਪਿਤ ਕਰ ਦਿੱਤੇ ਤੇ ਵਾਪਸ ਘਰ ਚਲੇ ਜਾਂਦੇ ਨੇ। ਤੀਜੇ ਦਿਨ ਦੁਕਾਨ ਤੇ ਆਉਂਦੇ ਨੇ, ਘੁੰਗਣੀਆਂ ਵੇਚਦੇ ਨੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਸਰੋਵਰ ਦੇ ਕਿਨਾਰੇ ਖੜੇ ਨੇ ਤੇ ਸਤਿਗੁਰਾਂ ਦੇ ਪਾਸ ਕਹਿੰਦੇ 40 ਕੁ ਪੈਸੇ ਜੋ ਵਟਤ ਹੋਈ ਸੀ ਨਾ, ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨਾਂ ਤੇ ਜਾ ਕਰਕੇ ਰੱਖ ਦੇਣਾ ਕੀਤੀ। ਭਾਈ ਸੋਮੇ ਮਹਾਰਾਜ ਜੀ ਬੜੇ ਖੁਸ਼ ਹੁੰਦੇ ਨੇ। ਮਹਾਰਾਜ ਜੀ ਕਹਿਣ ਲੱਗੇ, ਭਾਈ ਸੋਮਾ ਜੀ, ਕਿੰਨੀ ਵਟਤ ਹੈ?
ਤਾਂ ਭਾਈ ਸੋਮਾ ਕਹਿਣ ਲੱਗੇ, ਮਹਾਰਾਜ ਜੀ 40 ਕੁ ਪੈਸਿਆਂ ਦੀ ਵਟਤ ਹੋਈ ਹੈ। ਜਦੋਂ ਮਹਾਰਾਜ ਜੀਆਂ ਨੂੰ ਮਾਇਆ ਅਰਪਿਤ ਕੀਤੀ ਤੇ ਸਤਿਗੁਰ ਪਾਤਸ਼ਾਹ ਸੋ ਪ੍ਰਸੰਨ ਹੋਏ ਤੇ ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਭਾਈ ਸੋਮਾ ਅਜ ਤੇਰੇ ਹਿਰਦੇ ਅੰਦਰੋਂ ਸ਼ੰਕਾ ਮਿਟ ਗਿਆ। ਤੂੰ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਹੈ। ਗੁਰੂ ਨਾਨਕ ਦੇ ਘਰ ਦੇ ਅੰਦਰ ਕੋਈ ਅਮੀਰੀ, ਕੋਈ ਗਰੀਬੀ, ਕੋਈ ਮਾਇਨਾ ਨਹੀਂ ਰੱਖਦੀ। ਜਿੰਨੀ ਕਿ ਕਿਸੇ ਵਿਅਕਤੀ ਦੀ ਸੇਵਾ ਕਰਨ ਦੀ ਸਮਰੱਥਾ ਹੈ ਨਾ, ਉਹ ਝਾੜੂ ਦੀ ਸੇਵਾ ਕਰੇ, ਭਾਂਡੇ ਮਾਂਜਣ ਦੀ ਸੇਵਾ ਕਰੇ, ਉਹਦੀ ਸੇਵਾ ਜ਼ਰੂਰ ਪ੍ਰਵਾਨ ਹੁੰਦੀ ਹੈ, ਪਰ ਵਿਖਾਵਾ ਨਾ ਹੋਵੇ। ਪਰ ਅੱਜ ਕੱਲ੍ਹ ਦੇਖਿਆ ਜਾਵੇ ਬਹੁਤੀ ਸੇਵਾ ਵਿਖਾਵੇ ਦੀ ਹੈ। ਅਸੀਂ ਹੰਕਾਰ ਨੂੰ ਧਾਰਨ ਕਰਕੇ ਸੇਵਾ ਕਰਦੇ ਹਾਂ, ਇਹ ਸੇਵਾ ਪ੍ਰਵਾਨ ਨਹੀਂ। ਤੇ ਭਾਈ ਸੋਮਾ ਨੇ ਜਦੋਂ ਸੇਵਾ ਅਰਪਿਤ ਕੀਤੀ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਭਾਈ ਸੋਮੇ ਦੀ ਸੇਵਾ ਤੋਂ ਖੁਸ਼ ਹੋ ਕਰਕੇ ਬਖਸ਼ਿਸ਼ ਕੀਤੀ। ਸੋਮੇ ਸ਼ਾਹ ਗੁਰੂ ਕਾ ਸ਼ਾਹ, ਭਾਵ ਕਿ ਐਸੀਆਂ ਬਖਸ਼ਿਸ਼ਾਂ ਧੰਨ ਗੁਰੂ ਰਾਮਦਾਸ ਨੇ ਭਾਈ ਸੋਮਾ ਸ਼ਾਹ ਨੂੰ ਬਖਸ਼ਿਸ਼ ਕਰਨੀਆਂ ਕੀਤੀਆਂ। ਭਾਵ ਕਿ ਗੁਰੂ ਨਾਨਕ ਦੇ ਘਰ ਦੇ ਅੰਦਰ ਸੇਵਾ ਦੀ ਬਹੁਤ ਵੱਡੀ ਮਹਾਨਤਾ ਹੈ। ਮਹਾਰਾਜ ਜੀ ਬਚਨ ਕਰਦੇ ਨੇ, ਹਸਤੀ ਸਿਰ ਜੋ ਅੰਕਸ ਹੈ, ਅਹਰਨ ਜਿਉ ਸਿਰ ਦੇ, ਮਨ ਤਨ ਆਗੇ ਰਾਖ ਕੇ ਉਭੀ ਸੇਵ ਕਰੇ। ਭਾਵ ਕਿ ਸੰਸਾਰ ਦਾ ਜੀਵ ਸੰਸਾਰ ਦੇ ਵਿੱਚ ਰਹਿੰਦਿਆਂ ਗੁਰੂ ਨਾਨਕ ਦੇ ਘਰ ਦੇ ਅੰਦਰ ਰਹਿੰਦਿਆਂ ਮੋਹ ਤੋਂ ਉੱਪਰ ਉੱਠ ਕਰਕੇ ਇਸ ਤਰੀਕੇ ਦੇ ਨਾਲ ਮਹਾਵਤ ਲੋਕ ਹਾਥੀ ਨੂੰ ਕਾਬੂ ਕਰਦੇ ਨੇ। ਇਸੇ ਤਰੀਕੇ ਦੇ ਨਾਲ ਮਹਾਰਾਜ ਜੀ ਕਹਿੰਦੇ, ਮਨ ਤਨ ਆਗੇ ਰੱਖ ਕੇ ਗੁਰੂ ਨੂੰ ਸਮਰਪਿਤ ਹੋ ਕਰਕੇ ਸੇਵਾ ਕਰ। ਭਾਵ ਕਿ ਜਿਹੜਾ ਵਿਅਕਤੀ ਗੁਰੂ ਘਰ ਜਾ ਕਰਕੇ ਜੋੜੇ ਝਾੜਨ ਦੀ ਸੇਵਾ ਕਰਦਾ ਹੈ, ਭਾਂਡੇ ਮਾਂਜਣ ਦੀ ਸੇਵਾ ਕਰਦਾ ਹੈ, ਝਾੜੂ ਦੀ ਸੇਵਾ ਕਰਦਾ ਹੈ ਨਾ, ਉਹਦੀ ਸੇਵਾ ਗੁਰੂ ਅੱਗੇ ਪ੍ਰਵਾਨ ਹੁੰਦੀ। ਜਿਹੜਾ ਵਿਅਕਤੀ ਜਾ ਕਰਕੇ ਗੁਰੂ ਨਾਨਕ ਦੇ ਘਰ ਅੰਦਰ ਸੇਵਾ ਕਰੇਗਾ ਨਾ, ਉਹਨੂੰ ਜੋ ਬਖਸ਼ਿਸ਼ਾਂ ਮਿਲਣਗੀਆਂ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਬਖਸ਼ਿਸ਼ਾਂ ਬਾਬਤ ਸਤਿਗੁਰੂ ਬਚਨ ਕਰਦੇ ਨੇ, ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ, ਕਹੋ ਨਾਨਕ ਬਾਹਾਂ ਲੁਡਾਈਐ। ਮਹਾਰਾਜ ਜੀ ਬਚਨ ਕਰਦੇ ਨੇ, ਜਿਨ ਸੇਵ ਕੀਤੀ ਸੰਤੋਖਈ, ਤਿਨੇ ਸੱਚੋ ਸੱਚ ਤੇ ਆਇਆ, ਉਹਨੀ ਮੰਦੈ ਪੈਰ ਨਾ ਰੱਖਿਓ, ਕਰ ਸੋਕ੍ਰਿਤ ਧਰਮ ਕਮਾਇਆ। ਜੋ ਜੀਵਨ ਸੇਵਾ ਦੇ ਵਿੱਚੋਂ ਮਿਲਦਾ ਉਹ ਜੀਵਨ ਕਹਿਣ ਤੇ ਕਥਨ ਤੋਂ ਪਰੇ ਹੈ। ਸੋ ਗੁਰੂ ਨਾਨਕ ਦੇ ਘਰ ਦੇ ਸਿੱਖਾਂ ਨੂੰ ਅੱਜ ਸੇਵਾ ਦੀ ਬਹੁਤ ਵੱਡੀ ਲੋੜ ਹੈ। ਮਨ ਤੇ ਤਨ ਗੁਰੂ ਅੱਗੇ ਅਰਪਿਤ ਕਰਕੇ ਸਾਨੂੰ ਸੇਵਾ ਕਰਨੀ ਚਾਹੀਦੀ ਹੈ ਗੁਰੂ ਨਾਨਕ ਦੇ ਘਰ ਦੀ। ਭਾਵੇਂ ਕਾਮ ਇੱਛਾ ਰੱਖ ਕੇ ਕਰੀਏ, ਭਾਵੇਂ ਕਿ ਕੋਈ ਇੱਛਾ ਨੂੰ ਧਾਰਨ ਕਰਕੇ ਕਰੀਏ, ਭਾਵੇਂ ਪ੍ਰੇਮ ਰੱਖ ਕਰਕੇ ਕਰੀਏ, ਜ਼ਰੂਰ ਸਾਡੀ ਸੇਵਾ ਗੁਰੂ ਅੱਗੇ ਪ੍ਰਵਾਨ ਹੋਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।